बोले सोने हाल सासरी अकाल। नानक अंगद गुरु अमरदास पाद बंद रामदास अर्जुन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है मानक भगत बैराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन कौ बंदना सिर चरणन पर धार एक अंकार सतगुरु तेह प्रसाद सच होए वाहिगुरु जी की फतेह है विघ्न बनासन सोए। वाहिगुरु जी का खालसा वाहिगुरु जी की फतेह। गुरु रूप गुरु की साजी रवाजी गुरु स्वरूप गुरु खालसा सत संगत जी सतगुरु पातशाह महाराज की कृपा का सदका पहला गुरमुख प्यारिया ने मूल मंत्र वाहिगुरु मंत्र का सिमरन किया उपरंत रहराज साहब के पाठ तो उपरंत जो सतगुरु पातशाह ने आपां नूं फरमान बख्शिया है मैं केवल ते केवल जिहड़ी इहदी पहली पंक्ति है ਉਹਦੇ ਅਰਥਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਨਾ ਹੈ। ਆਪਣੇ ਸੁਭਾਅ ਦੇ ਮੁਤਾਬਕ ਮੈਂ ਪਹਿਲਾਂ ਬੇਨਤੀ ਕਰਦਿਆਂ ਆਪਾਂ ਗੁਰੂ ਕੇ ਸਿੱਖ ਹਾਂ ਹੁਣ ਪਾਠ ਵੀ ਸੁਣਿਆ ਪੰਕਤੀਆਂ ਆਉਂਦੀਆਂ ਨੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ। हे वाहिगुरु जिवें जिवें तू किसी ने बुद्धि बख्शी है ना ਉਹਦੇ ਮੁਤਾਬਕ ਉਹਦਾ ਜ਼ਿਕਰ ਕਰਦਾ ਹੈ ਲੇਕਿਨ ਉਹਦੇ ਪਸਾਰੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਐਡਾ ਅਨੰਤ ਹੈ ਉਹ ਇੰਨਾ ਅਗੰਮ ਹੈ ਅਸੀਂ ਪੜ੍ਹਦੇ ਹਾਂ ਤੂੰ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ तेरा अंत न पाया सुरगा बश पयाल जियो। तो गुरमुखो जो पहला शब्द आया है सोठ महला पंजवा गुर पूरे कृपा धारी मैं इस पंक्ति की गुरु की बख्शी बुद्धि मुताबक विचार करनी है। सतगुरु पातशाह मेरे ते रहमतां करन। गुरु लफ्ज बड़ा पुराना प्रचलित है और पुरातन अध्यात्म ग्रंथों के मुताबक
ਗੁਰੂ ਦਾ ਅਰਥ ਉਹਨਾਂ ਨੇ ਦੋ ਵੱਖ-ਵੱਖ ਪੱਖਾਂ ਵਿੱਚ ਕੀਤਾ ਹੈ। ਗੁਰੂ ਨਾਮ ਅਗਿਆਨ ਹਨੇਰਾ ਤੇ ਰੂਹ ਦਾ ਅਰਥ ਹੈ ਪ੍ਰਕਾਸ਼। ਜਿਹੜਾ ਅਗਿਆਨ ਦੇ ਹਨੇਰੇ ਚੋਂ ਕੱਢ ਕੇ ਸਾਨੂੰ ਚਾਨਣ ਵਿੱਚ ਲਿਆਵੇ ਉਹਨੂੰ ਕਹਿੰਦੇ ਨੇ ਗੁਰੂ। ਦੂਜਾ ਉਹਨਾਂ ਵਿਦਵਾਨ ਪੁਰਾਤਨ ਬਜ਼ੁਰਗਾਂ ਨੇ ਇਹ ਵੀ ਅਰਥ ਕੀਤਾ ਨਿਗਲਣਾ ਖਾ ਜਾਣਾ, ਭਾਵ ਜੋ ਮਨੁੱਖ ਦੇ ਅਗਿਆਨ ਨੂੰ ਨਿਗਲ ਕੇ ਮਨੁੱਖ ਨੂੰ ਆਤਮ ਗਿਆਨ ਦੇਵੇ ਉਹਨੂੰ ਗੁਰੂ ਕਿਹਾ ਜਾਂਦਾ ਹੈ। ਮੈਂ ਨਾਲ ਇੱਕ ਸ਼ਬਦ ਰਿਪੀਟ ਕੀਤਾ ਹੈ, ਇਹ ਪੁਰਾਤਨ ਅਧਿਆਤਮਿਕ ਪੁਰਸ਼ਾਂ ਦੀ ਰਾਏ ਹੈ। ਲੇਕਿਨ ਜਿੱਥੇ ਪੂਰਾ ਗੁਰੂ ਆ ਗਿਆ ਉੱਥੇ ਦੀ ਵਿਚਾਰ ਵਿਸਥਾਰ ਵਾਲੀ ਹੈ। ਇਹ ਲਫ਼ਜ਼ ਗੁਰੂਦੇਵ ਨੇ ਕਿਉਂ ਵਰਤਿਆ? ਕਿਉਂਕਿ ਸਾਡੇ ਪੁਰਾਤਨ ਧਾਰਮਿਕ ਗ੍ਰੰਥਾਂ ਵਿੱਚ ਗੁਰੂ ਦੀਆਂ ਵੱਖ-ਵੱਖ ਕਿਸਮਾਂ ਦਾ ਜ਼ਿਕਰ ਆਉਂਦਾ ਹੈ। ਕਈ ਥਾਵਾਂ ਤੇ ਚੰਦਨ ਗੁਰੂ, ਕਈ ਥਾਵਾਂ ਤੇ ਉਹਨੂੰ ਦੀਪ ਗੁਰੂ ਕਰਕੇ ਬਿਆਨ ਕੀਤਾ ਹੈ, ਕਈ ਥਾਵਾਂ ਤੇ ਉਹਨੂੰ ਬਾਮਨ ਗੁਰੂ ਕਹਿ ਕੇ ਲਿਖਿਆ ਹੈ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਉਹਨਾਂ ਸਾਰੇ ਵਿਚਾਰਾਂ ਨੂੰ ਕੰਡੈਮ ਕਰ ਦਿੱਤਾ, ਖੰਡਨ ਕਰ ਦਿੱਤਾ। ਕਿਉਂ ਕੀਤਾ? ਉਹਦਾ ਕਾਰਨ ਇਹ ਹੈ, ਬਾਮਨ ਚੰਦਨ ਦਾ ਭਾਵ ਹੁੰਦਾ ਵੀ ਚੰਦਨ ਦੇ ਜਿਹੜੇ ਬੂਟੇ ਨੇ, ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਚੰਦਨ ਨਿਗਟ ਸਭ ਚੰਦਨ ਹੋਈਆ। ਚੰਦਨ ਦੇ ਬੂਟੇ ਦੇ ਕੋਲ ਜਿੰਨੇ ਵੀ ਬਾਕੀ ਦੇ ਬੂਟੇ ਹੋਣ, ਉਹਦੀ ਸੁਗੰਧੀ ਦੇ ਨਾਲ ਉਹ ਚੰਦਨ ਦੇ ਬੂਟੇ ਬਣ ਜਾਂਦੇ ਨੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਇੰਨੀ ਡੂੰਘੀ ਹੈ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਇੱਕਦਮ ਉਸ ਵਿਚਾਰ ਨੂੰ ਖੰਡਨ ਕੀਤਾ, ਉਹਦੇ ਤੇ ਇਸ਼ਾਰਾ ਕੀਤਾ ਵੀ ਗੁਰਮੁਖਾ ਇਹ ਬਾਤ ਗਲਤ ਹੈ। ਬਾਮਨ ਚੰਦਨ ਦੇ ਕੋਲ ਸਾਰੇ ਬੂਟੇ ਚੰਦਨ ਨਹੀਂ ਬਣ ਸਕਦੇ। ਇਹ ਲਫ਼ਜ਼ ਮੈਂ ਕਿਉਂ ਕਹਿਣ ਲੱਗਾ, ਆਪਾਂ ਸ਼ਹੀਦੀ ਹਫ਼ਤਾ ਮਨਾਇਆ, ਵੱਖ-ਵੱਖ ਵਿਦਵਾਨਾਂ ਨੇ ਉਸ ਮੌਕੇ ਆਪਣੇ ਵਿਚਾਰ ਦਿੱਤੇ। ਲੇਕਿਨ ਅਨੰਦਪੁਰ ਸਾਹਿਬ ਤੋਂ ਮਜੀਠੇ ਦਾ ਰਹਿਣ ਵਾਲਾ ਇੱਕ ਦੁਨੀ ਚੰਦ ਨਾਮ ਦਾ ਮਸੰਦ ਭੱਜ ਕੇ ਆ ਗਿਆ। ਉਹ ਵੀ ਗੁਰੂ ਕੋਲ ਰਿਹਾ ਨਾ। ਇੱਥੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਗੁਰੂ ਹੈ, ਲੇਕਿਨ ਸ਼ਿਸ਼ਕ ਇਹੋ ਜਿਹਾ ਚਾਹੀਦਾ ਹੈ। ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਡੂਬੋ ਕੋਏ, ਚੰਦਨ ਕੇ ਨਿਗਟੇ ਬਸੇ ਬਾਂਸ ਸੁਗੰਧ ਨਾ ਹੋਏ। ਬਾਂਸ ਦਾ ਬੂਟਾ ਭਾਵੇਂ ਚੰਦਨ ਦੇ ਬਿਲਕੁਲ ਲਾਗੇ ਹੋਵੇ, ਪਰ ਗੁਰਮੁਖੋ ਉਹ ਚੰਦਨ ਨਹੀਂ ਬਣ ਸਕਦਾ। ਕਾਰਨ ਉਹ ਪੋਲਾ ਹੈ, ਉਹਦੇ ਵਿੱਚ ਗੰਢਾਂ ਨੇ। ਵਾਂਸ ਨਾਲ ਵਾਂਸ ਖਹਿ ਕਰਕੇ ਤੇ ਆਪਣੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ, ਸਾਰਾ ਜੰਗਲ ਸੜ ਜਾਂਦਾ ਹੈ। ਇਸੇ ਪ੍ਰਕਾਰ ਭਾਵੇਂ ਗੁਰੂ ਤਾਂ ਪੂਰਾ ਹੈ, ਲੇਕਿਨ ਜਿਹੜੇ ਮਨੁੱਖ ਦੇ ਅੰਦਰ ਈਰਖਾ ਦੀਆਂ ਗੰਢਾਂ ਨੇ, ਜਿਹੜਾ ਬਾਹਰੋਂ ਕੁਝ ਹੋਰ ਹੈ ਤੇ ਅੰਦਰੋਂ ਕੁਝ ਹੋਰ ਹੈ, ਜਿਹੜਾ ਗੁਰੂ ਤੇ ਕਿੰਤੂ ਕਰਦਾ ਗੁਰਮੁਖੋ ਭਾਵੇਂ ਗੁਰੂ ਕੋਲ ਕਿੰਨਾ ਵੀ ਰਹਿ ਪਿਓ ਦੀ ਬਾਤ ਨਹੀਂ ਜੇ ਬਣਨੀ। ਇਸ ਕਰਕੇ ਬਾਮਨ ਚੰਦਨ ਦੀ ਪੂਰੇ ਗੁਰੂ ਨਾਲ ਅਸੀਂ ਤੁਲਨਾ ਨਹੀਂ ਕਰ ਸਕਦੇ। ਅੱਗੇ ਆਉਂਦਾ ਪਾਰਸ ਗੁਰੂ। ਪਾਰਸ ਬਾਰੇ ਅਸੀਂ ਪੜ੍ਹਦੇ, ਭਾਈ ਗੁਰਦਾਸ ਨੇ ਬਹੁਤ ਵਿਸਤਾਰ ਨਾਲ ਲਿਖਿਆ ਹੈ। ਤਾਂਬਾ ਪਾਰਸ ਪਰਸੀਏ, ਤਾਂਬਾ ਪਾਰਸ ਨੂੰ ਛੋਹ ਜਾਏ ਨਾ, ਉਹ ਸੋਨਾ ਬਣ ਜਾਂਦਾ ਹੈ। ਪਰ ਪਾਰਸ ਤੋਂ ਸੋਨਾ ਤਾਂ ਬਣ ਗਿਆ, ਪਰ ਸੋਨੇ ਤੋਂ ਸੋਨਾ ਨਹੀਂ ਬਣਦਾ। ਤਾਂਬਾ ਪਾਰਸ ਪਰਸੇ ਹੋਏ ਕੰਚਨ ਸੋਈ, ਸੋਈ ਤਾਂਬਾ ਜਿਸ ਮਿਲ ਪਿੱਤਲ ਅਲੋਈ। ਭਾਵ ਪਾਰਸ ਦੇ ਨਾਲ 8 ਧਾਤੂਆਂ ਛੋਹ ਜਾਣ ਤੇ ਸੋਨਾ ਬਣ ਜਾਂਦੀਆਂ ਨੇ।
ਪਰ ਸੋਨੇ ਤੋਂ ਅੱਗੇ ਸੋਨਾ ਨਹੀਂ ਬਣਦਾ। ਬਾਤ ਕਰ ਰਹੇ ਹਾਂ ਆਪਾਂ ਪੂਰੇ ਗੁਰੂ ਦੀ। ਨਾ ਬਾਵਨ ਚੰਦਨ ਸਾਰਿਆਂ ਨੂੰ ਚੰਦਨ ਬਣਾ ਸਕਿਆ, ਨਾ ਪਾਰਸ ਸਾਰਿਆਂ ਨੂੰ ਪਾਰਸ ਬਣਾ ਸਕਿਆ। ਤੀਜੇ ਨੰਬਰ ਤੇ ਆਉਂਦਾ ਦੀਪ ਗੁਰੂ। ਜਿਵੇਂ ਦੀਵੇ ਦੇ ਕੋਲ ਦੂਜੇ ਦੀਵੇ ਹੁੰਦੇ ਨੇ, ਕੋਈ ਵੀ ਬੂਟਾ ਹੋਵੇ ਨਾ ਤੇ ਦੀਵੇ ਦੇ ਕੋਲ ਦੂਜਾ ਜਿਹੜਾ ਦੀਵਾ ਉਹ ਗੁਰਮੁਖੋਂ ਜਗ ਪੈਂਦਾ ਹੈ। ਪਰ ਦੂਜੇ ਦੀਵੇ ਦੇ ਜਗਣ ਵਾਲੇ ਵਿੱਚ ਵੱਟੀ ਚਾਹੀਦੀ ਹੈ, ਤੇਲ ਚਾਹੀਦਾ ਹੈ। ਜੇ ਵੱਟੀ ਨਹੀਂ ਤੇ ਉਹ ਦੀਵਾ ਉਹਨੂੰ ਜਗਾ ਨਹੀਂ ਸਕਦਾ। ਜੇ ਤੇਲ ਨਹੀਂ, ਦੀਵਾ ਜਗੇਗਾ ਨਹੀਂ। ਤੇ ਜੇ ਜਗ ਵੀ ਪਿਆ ਤੇ ਹਵਾ ਦੇ ਚੱਲਣ ਦੇ ਨਾਲ ਬੁੱਝ ਜਾਂਦਾ ਹੈ, ਅਧੂਰਾ ਹੈ। ਗੱਲ ਆਪਾਂ ਕਰਨੀ ਹੈ ਪੂਰਨ ਗੁਰੂ ਦੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਰੇ ਪੜ੍ਹਦੇ ਹਾਂ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚਾਨਣ ਕਰਕੇ ਲਿਖਿਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਗੁਰੂ ਕੇ ਸਿੱਖੋ, ਜਿਹੜੀ ਇਹ ਗੁਰਬਾਣੀ ਹੈ ਨਾ, ਇਹ ਸੰਸਾਰ ਵਿੱਚ ਚਾਨਣਾ ਹੈ, ਪਰ ਇਹ ਉਹਨਾਂ ਦੇ ਹਿਰਦੇ ਵਿੱਚ ਵਸੇਗੀ ਜਿਨ੍ਹਾਂ ਦੇ ਕਰਮ ਚੰਗੇ ਨੇ। ਆਪਾਂ ਗੱਲ ਪੂਰੇ ਗੁਰੂ ਦੀ ਕਰ ਰਹੇ ਹਾਂ। ਹਰ ਮਜ਼ਹਬ ਵਿੱਚ ਗੁਰੂ ਦੀ ਗੱਲ ਕੀਤੀ ਹੈ, ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬਰਾਬਰ ਉਹ ਨਹੀਂ ਹੋ ਸਕੇ। ਆਪਾਂ ਗੁਰੂ ਕੇ ਸਿੱਖ ਹਾਂ। ਆਪਾਂ 10 ਗੁਰੂ ਸਾਹਿਬਾਨਾਂ ਨੂੰ ਗੁਰੂ ਕਰਕੇ ਮੰਨਦੇ ਹਾਂ, ਸਾਡਾ ਵਿਸ਼ਵਾਸ ਹੈ। ਲੇਕਿਨ ਸਾਡੇ ਗੁਰੂ ਸਾਹਿਬਾਨਾਂ ਨੇ ਵਿਅਕਤੀ ਨਾਲ ਜੋੜਨ ਦੀ ਬਜਾਏ ਸ਼ਬਦ ਨਾਲ ਜੋੜਿਆ ਸਾਨੂੰ, ਸ਼ਬਦ ਨਾਲ। ਧੰਨ ਗੁਰੂ ਨਾਨਕ ਪਾਤਸ਼ਾਹ ਮਰੁਸਦਾ ਨੇ ਸਵਾਲ ਕੀਤਾ, ਹੁਣ ਤਾਂ ਉਹ ਸਾਰੇ ਆਪਣੇ ਰਿਵਾਜ ਖਤਮ ਹੋ ਗਏ। ਸਾਡੇ ਭਾਰਤ ਦੇਸ਼ ਵਿੱਚ ਜਦੋਂ ਵੀ ਕੋਈ ਵਿਅਕਤੀ ਦੂਜੇ ਨੂੰ ਮਿਲਦਾ ਤੇ ਉਹਨੂੰ ਪੁੱਛਦਾ ਸੀ ਵੀ ਤੁਹਾਡਾ ਗੁਰੂ ਕੌਣ ਹੈ। ਅਗਰ ਗੁਰੂ ਧਾਰਨ ਹੀ ਨਾ ਕੀਤਾ ਤੇ ਉਹ ਨਗੋਰੇ ਦੇ ਘਰੋਂ ਲੋਕੀ ਪਾਣੀ ਨਹੀਂ ਸਨ ਪੀਂਦੇ। ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦਾ ਇਤਿਹਾਸ ਪੜ੍ਹਦੇ ਹਾਂ। ਗੁਰੂ ਅਮਰਦਾਸ, ਬਾਬੇ ਅਮਰਦਾਸ ਦੇ ਰੂਪ ਵਿੱਚ 20 ਵਾਰ ਗੰਗਾ ਤੇ ਇਸ਼ਨਾਨ ਕਰਨ ਗਏ। ਉੱਥੇ ਇੱਕ ਮਹਾਤਮਾ ਨਾਲ ਪ੍ਰੇਮ ਪੈ ਗਿਆ, ਕਰ ਲਿਆ ਕਿ ਉਹਦੀ ਸੇਵਾ ਕੀਤੀ ਤੇ ਕੁਦਰਤੀ ਤੌਰ ਤੇ ਪ੍ਰਸ਼ਾਦਾ ਛਕਿਆ ਤੇ ਉਹ ਕਹਿਣ ਲੱਗਾ, ਜੀ ਤੁਹਾਡਾ ਗੁਰੂ ਕੌਣ ਹੈ? ਮੈਂ ਲਫ਼ਜ਼ ਵਰਤਿਆ ਬਾਬਾ ਅਮਰਦਾਸ। ਬਾਬਾ ਕਿਉਂ ਕਿਹਾ? ਜੇ ਗੁਰੂ ਪਦਵੀ ਨਹੀਂ ਮਿਲੀ। ਕਹਿਣ ਲੱਗੇ, ਜੀ ਮੈਂ ਗੁਰੂ ਨਹੀਂ ਧਾਰਨ ਕੀਤਾ। ਉਸ ਮਹਾਤਮਾ ਨੇ ਥਾਲੀ ਵਗਾ ਕੇ ਮਾਰੀ ਵੀ ਮੈਂ ਨਗੁਰੇ ਦੇ ਘਰ ਦਾ ਰੋਟੀ ਪਾਣੀ ਖਾ ਲਿਆ ਤੇ ਮੇਰਾ ਸਭ ਕੁਝ ਖਤਮ ਹੋ ਗਿਆ। ਗੁਰੂ ਇੰਨਾ ਜ਼ਰੂਰੀ ਹੈ। ਆਪਾਂ ਪੜ੍ਹਦੇ ਹਾਂ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸੁਧ, ਗੁਰੂ ਬਿਨ ਮੁਕਤ ਨ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੰਪੂਰਨ ਅਗਨ ਕੱਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਦਕਵ ਨਲ ਕਹਿ, ਜਿਨ ਗੁਰੂ ਨ ਦੇਖਿਓ ਨਹੁ ਕਿਓ, ਤੇ ਅਕਿਆਥ ਸੰਸਾਰ ਮੈਂ। ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ ਉਹਨਾਂ ਦਾ ਆਇਆ ਕਿਸੇ ਕੰਮ ਨਹੀਂ। ਪਰ ਨਾਲ ਇਹ ਵੀ ਪੜ੍ਹਦੇ ਹਾਂ, ਗੁਰ ਪੂਰਾ ਜਿਨ ਸਿਮਰਿਆ ਸੇਈ ਪੈ ਲਿਆਲ। ਇਹ ਲਫ਼ਜ਼ ਨੋਟ ਕਰਨ ਵਾਲਾ ਹੈ। ਨਾਲ ਗੁਰਦੇਵ ਨੇ ਪੱਕੇ ਤੌਰ ਤੇ ਸਾਨੂੰ ਸੁਚੇਤ ਕੀਤਾ ਹੈ, ਵੇਖੀ ਕਿਤੇ ਅਧੂਰੇ ਦੇ ਲੜ ਲੱਗ ਕੇ ਤੇ ਆਪਣਾ ਜੀਵਨ ਬਰਬਾਦ ਨਾ ਕਰ ਲਈ। ਅਧੂਰੇ ਦੇ ਮਗਰ ਨਾ ਲੱਗੀ। ਕਾਚੇ ਗੁਰਤੇ ਮੁਕਤ ਨਾ ਹੁਆ। ਤੈਨੂੰ ਕੱਚੇ ਗੁਰੂ ਨੇ ਮੁਕਤ ਨਹੀਂ ਕਰਨਾ।
ਮੈਨੂੰ ਹੁਣੇ ਹੀ ਬਾਬਾ ਗੁਰਨਾਮ ਸਿੰਘ ਹੋਰਾਂ ਦੱਸਿਆ ਵੀ ਗਿਆਨੀ ਜੀ 5 ਤਰੀਕ ਨੂੰ ਉੱਥੇ ਮੱਜੀ ਸਾਹਿਬ ਦੀ ਅਸੀਂ ਸੇਵਾ ਆਰੰਭ ਕਰਨੀ ਹੈ। ਤੇ ਮੇਰਾ ਇੱਕਦਮ ਬਾਬੇ ਬਕਾਲੇ ਵੱਲ ਸਦਾ ਚਲੀ ਗਈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਉਦੋਂ ਨਕਲੀ 22 ਗੁਰੂਆਂ ਨੇ ਬਾਹਰ ਮੰਜੀਆਂ ਲਾਈਆਂ ਸਨ। 8ਵੇਂ ਪਾਤਸ਼ਾਹ ਜੋਤੀ ਜੋ ਸਮਾਉਣ ਲੱਗਿਆ ਇਹ ਬਚਨ ਕਹਿ ਕੇ ਬਾਬਾ ਬੱਸੇ ਬੀਚ ਬਕਾਲੇ ਬਨ ਗੁਰੂ ਸੰਗਤ ਆਪ ਸੰਭਾਲੇ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ 8ਵੇਂ ਪਾਤਸ਼ਾਹ ਦੇ ਦਾਦੇ ਦੇ ਭਰਾ ਸਨ, ਇਸ ਕਰਕੇ ਉਹਨਾਂ ਬਾਬਾ ਲਫ਼ਜ਼ ਕਿਹਾ। ਇੰਨੀ ਗੱਲ ਕਹਿਣ ਦੀ ਦੇਰ ਸੀ, ਜਿਹੜੇ ਗੁਰੂ ਬਣਦੇ ਚਾਹਵਾਨ ਸਨ ਉਹਨਾਂ ਨੇ ਆਪਣੀਆਂ 22 ਮੱਝੀਆਂ ਉੱਥੇ ਲਾ ਲਈਆਂ। ਇੱਕ ਗੁਰੂ ਕੇ ਸਿੱਖ ਨੇ ਜਿਹੜਾ ਅੱਜ ਦੇ ਜ਼ਮਾਨੇ 'ਚ ਅਰਬਾਂਪਤੀ ਕਹਾਂਗੇ ਆਪਾਂ, ਜਿਹਦੇ ਦੂਜੇ ਦੇਸ਼ਾਂ 'ਚ ਵਪਾਰ ਚੱਲਦਾ ਸੀ, ਉਹਦਾ ਨਾਮ ਮੱਖਣ ਸ਼ਾਹ ਸੀ, ਜਿਹੜਾ ਟਾਂਡਾ ਪਾਕਿਸਤਾਨ ਦੇ ਉੱਥੋਂ ਦਾ ਰਹਿਣ ਵਾਲਾ ਸੀ, ਗੁਰਮੁਖ ਪਿਆਰਾ। ਉਹਨੇ ਅਰਦਾਸ ਕੀਤੀ, ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਮੇਰਾ ਇਹ ਬੇੜਾ ਬੰਨੇ ਲੱਗ ਜਾਏ। ਆਪਾਂ ਗੁਰੂ ਕੇ ਸਿੱਖ ਹਾਂ। ਗੁਰਬਾਣੀ ਦੀਆਂ ਪੰਕਤੀਆਂ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਗੁਰੂ ਕੇ ਸਿੱਖਾ, ਜਿਹੜੀ ਤੇਰੇ ਅੰਦਰ ਦੀ ਦਰਦ ਹੈ ਨਾ, ਬਿਰਥਾ ਕਹਿੰਦੇ ਨੇ ਦਰਦ ਨੂੰ, ਹੋਰ ਜਣੇ ਖਣੇ ਦੀਆਂ ਗੱਲਾਂ ਕਰ, ਪੂਰਨ ਗੁਰੂ ਦੇ ਅੱਗੇ ਅਰਦਾਸ ਕਰ, ਤੇਰਾ ਮਸਲਾ ਹੱਲ ਹੋ ਜਾਏਗਾ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਿਹੜੀ ਤੇਰੇ ਅੰਦਰ ਦੀ ਦਰਦ ਹੈ, ਗੁਰੂ ਅੱਗੇ ਬੇਨਤੀ ਕਰ। ਮੱਖਣ ਸ਼ਾਹ ਲਬਾਣੀ ਨੇ ਅਰਦਾਸ ਕੀਤੀ। ਆਪਾਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ, ਗੁਰ ਪੂਰਾ ਜਿਨ ਸਿਵਰਿਆ ਸਹੀ ਪੈ ਨਿਹਾਲ। ਭਾਵ ਜਿਨ੍ਹਾਂ ਨੇ ਆਪਣੀ ਸੁਰਤੀ ਨੂੰ ਪੂਰਨ ਗੁਰੂ ਵਾਲੇ ਪਾਸੇ ਵੱਲ ਜੋੜ ਲਿਆ ਨਾ, ਜਿਹੜਾ ਗੁਰਮੁਖਾਂ ਪਿਆਰਿਆਂ ਨੇ ਬਾਬਾ ਜੀ ਨੇ ਤੁਹਾਨੂੰ ਵਾਹਿਗੁਰੂ ਮੰਤਰ ਸਿਮਰਨ ਕਰਾਇਆ ਨਾ, ਇਹਨੂੰ ਕਹਿੰਦੇ ਸਿਮਰਨ। ਸਿਮਰਨ ਤੋਂ ਭਾਵ ਯਾਦ। ਤੇ ਜਿਨ੍ਹਾਂ ਨੂੰ ਯਾਦ ਆ ਗਈ ਨਾ, ਇਸ ਪੰਕਤੀ ਦੇ ਅੱਖਰੀ ਅਰਥ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਹੀ ਨਹੀਂ ਹੁੰਦਾ। ਹਾਲ ਕਹਿੰਦੇ ਨੇ ਦੁੱਖ ਤੋਂ, ਨਿਹਾਲ ਤੋਂ ਭਾਵ ਉਹਨਾਂ ਨੂੰ ਦੁੱਖ ਕੱਟੇ ਜਾਂਦੇ ਨੇ। ਕਿਹਨਾਂ ਦੇ? ਜਿਨ੍ਹਾਂ ਨੇ ਪੂਰਨ ਗੁਰੂ ਨੂੰ ਚੇਤੇ ਕੀਤਾ। ਜਾਜ ਬੰਨੇ ਲੱਗਾ, ਸਾਡਾ ਸੁਭਾਅ ਹੈ, ਸਾਡਾ ਕੰਮ ਹੋ ਜੇ ਤੇ ਆਪਾਂ ਗੁਰੂ ਨੂੰ ਭੁੱਲ ਜਾਂਦੇ ਹਾਂ। ਆਪਾਂ ਕੰਮ ਵਾਸਤੇ, ਗਰਜ ਵਾਸਤੇ ਗੁਰੂ ਨੂੰ ਚੇਤੇ ਕਰਦੇ, ਮੁੜ ਕੇ ਚੇਤੇ ਨਹੀਂ ਰੱਖਦੇ। ਕਿਹੋ ਜਿਹਾ ਸਿੱਖ ਸੀ ਉਹ ਗੁਰੂ ਕਾ ਲਾਲ। ਜਾਜ ਬੰਨੇ ਲੱਗਾ, ਉਹ ਆਪਣੇ ਘਰ ਨਹੀਂ ਗਿਆ। ਕਹਿਣ ਲੱਗਾ, ਜਿੰਨਾ ਚਿਰ ਗੁਰੂ ਦਾ ਧੰਨਵਾਦ ਨਾ ਕਰ ਲਈਏ ਗੁਰਮੁਖੋ, ਉਹਨਾਂ ਚਿਰ ਬਾਤ ਨਹੀਂ ਬਣਨੀ। ਮੈਂ ਉਹਨਾਂ ਚਿਰ ਗੁਨਾਹਗਾਰ ਹਾਂ, ਮੈਂ ਦੋਸ਼ੀ ਹਾਂ। ਸੱਜੇ ਖੱਬੇ ਨਹੀਂ ਗਿਆ। ਬਾਬੇ ਬਕਾਲੇ ਸਾਹਿਬ ਆਇਆ। ਬਾਹਰ 1 2 3 ਨਹੀਂ, 22 ਨਕਲੀ ਗੁਰੂ ਮੰਜੀਆਂ ਲਾ ਕੇ ਬੈਠੇ ਨੇ। ਉਹਨਾਂ ਦੇ ਚੇਲੇ, ਉਹਨਾਂ ਦੇ ਜਿਹੜੇ ਏਜੰਟ ਸਨ, ਉਹ ਗੁੰਮਰਾਹ ਕਰਕੇ ਲਈ ਆਉਂਦੇ ਨੇ ਵੀ ਸਾਡਾ ਗੁਰੂ ਪੂਰਾ, ਸਾਡਾ ਗੁਰੂ ਪੂਰਾ ਹੈ। ਮੱਖਣ ਸ਼ਾਹ 2 ਮੋਹਰਾਂ ਮੱਥਾ ਟੇਕੀ ਗਿਆ, ਲੇਕਿਨ ਮਨ ਨਹੀਂ ਭਤੀਜਿਆ। ਕੁਝ ਗੁਰਮੁਖ ਪਿਆਰੇ ਬਜ਼ੁਰਗ ਸਨ ਬੈਠੇ, ਕਹਿਣ ਲੱਗੇ ਵੀ ਹੋਰ ਗੁਰੂ ਵੀ ਹੈ। ਉਹ ਕਹਿਣ ਲੱਗੇ, ਗੁਰਮੁਖੋ, ਇਸ ਭੋਰੇ ਦੇ ਵਿੱਚ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਹਨ। ਅੰਦਰ ਗਏ, ਆਪਾਂ ਪੰਕਤੀ ਸਰਵਣ ਕੀਤੀ ਹੈ, ਗੁਰ ਪੂਰੇ ਕਿਰਪਾ ਧਾਰੀ। ਅੰਦਰ ਗਿਆ ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸੀਸ ਰੱਖਿਆ, 5 ਮੋਹਰਾਂ ਭੇਟ ਕੀਤੀਆਂ ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਪੂਰੇ ਗੁਰੂ ਨੇ ਆਪਣੇ ਮੋਢੇ ਤੋਂ ਚੋਲਾ ਪਾਸੇ ਕਰਕੇ ਆਖਿਆ, ਮੱਖਣਾ, ਗੁਰੂ ਨੇ ਪੈਸਿਆਂ ਵਾਲੀ ਦੁਕਾਨ ਨਹੀਂ ਬਣਾਈ। ਇਹ ਮੈਂ ਥਾਂ ਥਾਂ ਤੇ ਰੋਜ਼, ਕਿਉਂਕਿ ਆਪਾਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਥਾਂ ਥਾਂ ਤੇ ਰੋਜ਼ਾਨਾ ਮੈਂ ਬੇਨਤੀ ਕਰਦਾ, ਗੁਰਮੁਖੋ, ਥਾਂ ਦੀਆਂ ਦੁਕਾਨਾਂ ਤੋਂ ਬਚੋ। ਜਿਹੜਾ ਪੂਰਾ ਗੁਰੂ ਦੁਕਾਨਾਂ ਨਹੀਂ ਲਾਉਂਦਾ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਮੱਖਣਾ,
मैं दुकान नहीं पाई, पर मित्रा तेरे जहाज के किल्लां का निशान अजे भी मेरे मोढे उपर है। ਜਿਹੜੇ बाहर भाई बैठे ने ना, वो केवल ते केवल मत्था टकाउण तक सीमित ने। ਜਿਹੜਾ पूरा गुरु वो प्रदर्शन नहीं करता, भावें वो किते भी, पर लोड़ पैण ते गुरमुखो जहाज नूं मोढा दे दिंदा है। मैं गुरु तेग बहादुर पातशाह के चरणों 'च बेनती करा, महाराज असी जिन्नी भी संगत बैठे हाँ ना, तेरे जहाज ते बैठे हाँ, असी देण जोगे कुछ नहीं, पर साडे ते कृपा करें, साडा बेड़ा बन्ने कर दी। जिहड़ा पूरा गुरु है वो लालची नहीं। एक लफ्ज मैं बार बार रिपीट कर रहा, एक सिमरिया, एक पूरा गुरु। ये दो लफ्ज मैं हुक्मनामे के आधार पर बार बार रिपीट कर रहा। जदों पातशाह पटनी नूं गए ने ना, एक लफ्ज नाल मैं कहा, नवें पातशाह इतिहास विचों, मखणा गुरु ने पैसिਆਂ वाली दुकान नहीं पाई। अज थां थां ते पैसिਆਂ वाली दुकानां बणीਆਂ ने, ते आपां बाबे बकाले वाले पूरे गुरु नूं छड्ड के उन्हां दुकानां ते जाके टक्करां मारदे हां। आगरे दे विच एक गुरु घर का प्रचारक जिहदा नाम फग्गो है, और उन्होंने आम करके लोग चाचा फग्गो कहते हैं। जिवें कई थावां ते दुकानां दियां अल्लां पईयां हुंदियां ने, मामे दी हट्टी, ताए दा ढाबा, ਉਹਦਾ अल चाचा सी ते ना ਉਹਦਾ फग्गो सी, ਉਹ गुरु घर का प्रचारक सी। थां थां ते उस गुरमुख प्यारे ने जाना, कार भेट लियाउणी, गुरमत का प्रचार करना। एक बीबी अत गरीब है तो उन्होंने कहना, धीए थोड़ा बहुता तुम ही हिस्सा पा। गरीब बंदे नूं गुस्सा भी ज़्यादा आउंदा है। जदों वार वार उस बीबी नूं कहना, ਉਹਦਾ मन परेशान हो गया, कहने लगी, बाबा तू मेरे को कार सेवा नहीं मंगता, तू मेरे मन नूं दिखाउणा। मेरे ते इन्नी गरीबी है, सच जानी असी रात सारे जियां ने रज के रोटी नहीं खाधी, ते तू कहना भी मैं कुछ तेनू दियां। चाचा फग्गो कहने लगा, धीए जो कुछ है दे दे। कहने लगी, मेरे को होर तां कोई नहीं, कूड़ा है कूड़ा, इनू गल नूं चिथना। गुरु के सिख असीं जिहड़े गुरु घर दे प्रचारक दे सिख हां, साडा जीवन किहो जिहा चाहीदा है। उन्हें गुस्सा नहीं किया, उन्होंने बुरा भला नहीं कहा। कहने लगा, धीए कूड़ा भी चलेगा। जिहड़ी मैं बेनती कर रहा ना, ये लिखतां दे विच अंकित है, अंकित ग्रंथां दे विच। जदों नावें पातशाह महाराज दा 300 साला आपां मनाई ने, शहीदी पर्व 300 साला, उस मौके साडे विद्वानां ने ग्रंथ लिखा सी, गुरु तेग बहादुर सिमरती ग्रंथ। ये साखी मैं उहदे विचों पढ़ी है। चाचा फग्गो जी कहने लगे, धीए कूड़ा दे दे। झोली च पवा लिया, मथे ते त्योड़ी नहीं आई, कौड़ा नहीं बोले। घर जाके अपने पल्ले विच हथ मारिया ते की मिलिया, बेरी दी गिड़क, बाकी कूड़ा मिट्टी। उन्हें मिट्टी नूं एक थां ते ढेरी कीता, रोटी पानी नहीं खादा, होर कोई कर्म नहीं किया। बेरी दी गिड़क लै करके निक्का जिहा रंबा लैके पानी का गड़वा भरिया, ते अपनी हवेली की गुठ में जाके उन्हें थां गोद के ते उन्हें बेरी की गिड़क दब के अरदास की, पातशाह ऐस वेले का बीजिया हरिया हो जाए। बेरी की गिड़क वो भी कूड़े चों कढ़ी ते नाल अरदास की, पातशाह ऐस वेले का बीजिया हरा हो जाए। अरदास प्रवान चढ़ गई।
ਮੇਰੀ ਗੱਲ ਨੂੰ ਕੌੜਾ ਨਾ ਮੰਨਣਾ। ਆਪਾਂ ਕਈ ਵਾਰ ਕਈ ਨੇ ਅਰਦਾਸ ਨਹੀਂ ਮੰਨੀਗੀ, ਆਪਾਂ ਦਿਲੋਂ ਅਰਦਾਸ ਕਰਦੇ ਹੀ ਨਹੀਂ। ਦਿਲੋਂ ਕੀਤੀ ਹੋਈ ਅਰਦਾਸ ਕਦੇ ਬਿਰਥਾ ਨਹੀਂ ਜਾਂਦੀ। ਸਾਡਾ ਅਰਦਾਸ ਕਰਨ ਦਾ ਤਕਨੀਕ ਬਹੁਤ ਗਲਤ ਹੈ। ਅਸੀਂ ਉਪਰਾਲਾ ਕਰਦੇ ਵੀ ਸੁਣਨ ਵਾਲੇ ਖੁਸ਼ ਹੋਣ। ਅਸੀਂ ਲੋਕਾਂ ਨੂੰ ਸੁਣਾਉਣ ਲਈ ਅਰਦਾਸ ਕਰਦੇ ਕਿ ਦਿਲੋਂ ਅਰਦਾਸ ਨਹੀਂ ਜੇ ਕਰਦੇ। ਉਹ ਸਾਥੋਂ ਦੂਰ ਨਹੀਂ। ਆਪਾਂ ਉੱਚੀ ਉੱਚੀ ਏਕਾਂ ਲਾ ਕੇ ਅਰਦਾਸ ਕਰਦੇ ਹਾਂ। ਬਾਣੀ ਕਹਿੰਦੀ ਮੁੱਲਾਂ ਮਨਾਰੇ ਕਿਆ ਚੜੇ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਮੁੱਲਾਂ ਜੀ ਮਨਾਰੇ ਤੇ ਕੀ ਕਰਨ ਚੱਲੇ ਹੋ? ਮਨਾਰੇ ਤੇ ਚੜ੍ਹ ਕੇ ਜਿਸ ਅੱਲਾ ਨੂੰ ਆਵਾਜ਼ ਮਾਰਨੀ, ਉਹ ਤੇਰੇ ਅੰਦਰ ਵਸਦਾ, ਤੇਰੇ ਅੰਦਰ। ਆਪਾਂ ਤਾਂ ਬਾਹਰ ਦੌੜਦੇ ਹਾਂ। ਅਰਦਾਸ ਕੀਤੀ। ਉਧਰ ਦੀਨ ਦੁਨੀਆ ਦੇ ਮਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਆਪਾਂ 9 ਤਰੀਕ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਅਵਤਾਰ ਦਿਹਾੜਾ ਮਨਾਉਣਾ ਹੈ। ਕਲਗੀਧਰ ਬਾਪੂ ਨੇ ਆਪ ਆਪਣੀ ਖੁਦ ਕਲਮ ਨਾਲ ਲਿਖਿਆ, ਕਹਿੰਦੇ ਜਬ ਹੀ ਜਾਤ ਤਰਬੈਣੀ ਭੈ, ਪੁੰਨ ਦਾਨ ਕਰ ਦਿਵਸ ਬਤੈ, ਤਹੀਂ ਪ੍ਰਕਾਸ਼ ਮਹਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਇਹਦੇ ਨਾਲ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ। ਸਾਹਮਣੇ ਮਹਾਂਪੁਰਸ਼ਾਂ ਨੇ ਅਖੰਡ ਪਾਠ ਰਖਵਾਏ ਨੇ, ਗੁਰਮੁਖਾਂ ਪ੍ਰੇਮੀਆਂ ਨੇ। ਇਹ ਮਰਿਆਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਤੋਂ ਚੱਲੀ। ਜੇ ਵਿੱਚੋਂ ਗੱਲ ਆ ਗਈ ਵੀ ਜਿਹੜੇ ਆਪਾਂ ਅਖੰਡ ਪਾਠ ਕਰਾਉਣੇ ਆ, ਪਹਿਲਾਂ ਗਿਆਨੀ ਜੀ ਕਿਹਨੇ ਕਰਾਇਆ, ਕਦੋਂ ਕਰਾਇਆ, ਦੀ ਕੀ ਮਹਾਨਤਾ ਹੈ। ਇਹਦੀ ਮਹਾਨਤਾ ਗੁਰਮੁਖੋ ਇਹ ਹੈ, ਜਦੋਂ 8ਵੇਂ ਪਾਤਸ਼ਾਹ ਮਹਾਰਾਜ ਨੇ 7ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਹੈ ਨਾ, ਤੇ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਸਵਾਮੀ ਜੀ ਤੁਸੀਂ ਇਹ ਕਿਹਾ ਸੀ ਵੀ ਇਹ ਜਿਹੜਾ ਆਪਣਾ ਬੇਟਾ ਬੜਾ ਮਹਾਂਪੁਰਸ਼ ਹੋਵੇਗਾ, ਬੜਾ ਬਲੀ ਹੋਵੇਗਾ, ਤੇ ਗੱਦੀ ਤੁਸੀਂ ਪੋਤੇ ਨੂੰ ਦੇ ਦਿੱਤੀ ਹੈ। ਉੱਥੇ ਲਿਖਿਆ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਰ ਪ੍ਰਸ਼ਾਦਾ ਛਕ ਕੇ ਰੁਮਾਲ ਨਾਲ ਹੱਥ ਪੂੰਝਿਆ ਤੇ ਕਹਿਣ ਲੱਗੇ, ਨਾਨਕੀ ਝੋਲੀ ਕਰ, ਜਿਹੜਾ ਮੈਂ ਤੈਨੂੰ ਰੁਮਾਲ ਦਿੱਤਾ ਇਹਨੂੰ ਰੁਮਾਲ ਨਾਲ ਸਮਝੀ ਇਸ ਸੰਸਾਰ ਦੀ ਚਾਦਰ ਬਣ ਜਾਏਗਾ। ਤੂੰ ਭਾਗਾਂ ਵਾਲੀ ਹੈ। ਮਾਂ ਬਲੀ ਪੋਤਰੇ ਨੂੰ ਖਿਡਾਇਆ ਕਰੇਂਗੀ, ਤੂੰ ਉਹਦੇ ਦਰਸ਼ਨ ਕਰਨੇ ਨੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਵਿਆਹ ਨੂੰ 30 ਸਾਲ ਤੋਂ ਵੱਧ ਸਮਾਂ ਹੋ ਗਿਆ। ਤੇ ਮਾਤਾ ਨਾਨਕੀ ਜੀ ਕਹਿਣ ਲੱਗੇ, ਪੁੱਤ ਤੇਰੇ ਪਿਤਾ ਜੀ ਨੇ ਮੈਨੂੰ ਕਿਹਾ ਸੀ ਵੀ ਨਾਨਕੀ ਤੂੰ ਮਾਂ ਬਲੀ ਪੋਤੇ ਨੂੰ ਖਿਡਾਵੇਂਗੀ, ਹੁਣ ਤਾਂ ਤੇਰੇ ਦਾੜੇ ਵਿੱਚ ਵੀ ਚਿੱਟੇ ਕੇਸ ਆ ਗਏ ਨੇ। ਉਹ ਸਮਾਂ ਕਦੋਂ ਆਏਗਾ? ਤੇ ਗੁਰਮੁਖੋ ਸਾਰਿਆਂ ਤੋਂ ਪਹਿਲਾ ਅਖੰਡ ਪਾਠ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਲਾਹਾਬਾਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਵਾਸਤੇ ਕਰਾਉਣਾ ਕੀਤਾ। ਕਲਗੀਧਰ ਬਾਪੂ ਨੇ ਆਪ ਮੋਹਰ ਲਾਈ, ਜਬ ਹੀ ਜਾਤ ਤਰਬੈਣੀ ਭੈ, ਪੁੰਨ ਦਾਨ ਕਰ ਦਿਵਸ ਬਤੈ, ਤਹੀਂ ਪ੍ਰਕਾਸ਼ ਮਹਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਕਹਿੰਦੇ ਅਰਦਾਸ ਕਰਨ ਦੇ ਨਾਲ ਅਸੀਂ ਮਾਤਾ ਦੇ ਉਦਰ ਵਿੱਚ ਆਏ। ਔਰ ਉੱਥੇ ਅਖੰਡ ਪਾਠ ਕਰਨ ਵਾਲੇ ਵੀ ਗੁਰਮੁਖ ਪਿਆਰੇ ਬੜੀ ਚੜ੍ਹਦੀ ਕਲਾ ਵਾਲੇ ਲਿਖੇ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ, ਇਹ ਤਿੰਨੇ ਅਖੰਡ ਪਾਠੀ ਲੱਗੇ। ਔਰ ਇਹਨਾਂ ਦੇ ਨਾਲ ਗੁਰਮੁਖ ਪਿਆਰਾ ਭਾਈ ਗੁਰਬਖਸ਼ ਮਸੰਦ, ਇਹ ਪੰਜੋਖੜੇ ਦਾ ਸੀ। ਔਰ ਇਸੇ ਤਰ੍ਹਾਂ ਬਾਬੇ ਬੁੱਢੇ ਦੀ ਅੰਸ ਵਿੱਚੋਂ ਬਾਬਾ ਗੁਰਦਿੱਤਾ ਜੀ, ਇਹ 5 ਅਖੰਡ ਪਾਠੀਆਂ ਨੇ ਰੌਲਾਂ ਲਾਈਆਂ। 10ਵੇਂ ਪਾਤਸ਼ਾਹ ਇਹ ਅਰਦਾਸ ਕਰਕੇ ਇੱਥੋਂ ਚੱਲੇ। ਜਦੋਂ ਉਸ ਨਗਰ ਵਿੱਚ ਆਏ ਜਿਹਦਾ ਮੈਂ ਜ਼ਿਕਰ ਕੀਤਾ ਨਾ, ਚਾਚੇ ਫੱਗੂ ਦੇ ਨਗਰ 'ਚ, ਉਸ ਨਗਰ ਦਾ ਨਾਮ ਹੈ ਸਸਰਾਮ। ਉੱਥੇ ਗੁਰਦੁਆਰਾ ਸਾਹਿਬ ਹੈ ਚਾਚੇ ਫੱਗੂ ਦੀ ਹਵੇਲੀ। ਮਹਾਰਾਜ ਗਏ, ਉਸ ਗੁਰਮੁਖ ਪਿਆਰ ਨੇ ਜਿੰਨੀ ਗੁਰੂ ਘਰ ਦੀ ਕਾਰ ਭੇਟਾ ਸੀ ਉਹ ਸਤਿਗੁਰੂ ਪਾਤਸ਼ਾਹ ਦੇ ਅੱਗੇ ਰੱਖੀ। ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਭਾਈ ਫੱਗੋ ਤੇਰੀ ਕਦੇ ਸ਼ਿਕਾਇਤ ਨਹੀਂ ਆਈ, ਥੋੜਾ ਜਿਹਾ ਆਪਣੇ ਮਨ ਤੇ ਬੋਝ ਪਾ, ਸੋਚ ਵੀ ਕੋਈ ਚੀਜ਼ ਰਹਿ ਤਾਂ ਨਹੀਂ ਗਈ ਦੇਣ ਵਾਲੀ। ਕਹਿਣ ਲੱਗਾ, ਜੀ ਅਸੀਂ ਭੁੱਲਣਹਾਰ ਹਾਂ, ਤੁਸੀਂ ਕਰੋ ਕਿਰਪਾ। ਜਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਨਮੁਖ ਆਉਂਦੇ ਹੋ ਨਾ, ਉਦੋਂ ਇੱਕ ਮੇਰੀ ਬੇਨਤੀ ਮੰਨ ਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਇਹ
पंक्तियां पढ़िया करो। हम अपराधी सत भूलते तुम बख्शणारे। गुरु ग्रंथ सच्चे पातशाह के अगे हाथ जोड़ के आख्या करो, हम अपराधी सद भूलते तुम बख्शणारे। मालका असीं पैर पैर ते भुलना करदे हां, पर तेरे च वड्डा वाधा तू बख्श देना है। मेहरबान सहब मेहरबान, सहब मेरा सदा मेहरबान। ये सदा दया का घर है। सिख ने आख्या पातशाह सी भुलन हारां, करो किरपा। ते हजूर कहन लगे, गुरमुखा तेनू किसी बीबी ने कोई कूड़ा दिता सी? एकदम चकन्ना होया कहन लगा, जी मैं भुल गया। वेखो पूरा गुरु कैसा है। महाराज अपने आसन तो उठे, जिस थां ते बेरी सी ना, बेरी अजे निक्का जिहा बूटा सी, उस बेरी का पत्ता तोड़िया, अपने हाथे रख के आख्या, धीए तेरा लोक सफला, तेरा प्रलोक सफला। ये जे पूर्ण गुरु। बेरी की गिड़क विचों भी गुरु ने दया की, बीपी का लोक ते प्रलोक सफला कर दिता। दोवे थाव रखे गुर सूरे। आपां पूर्ण गुरु की गल कर रहे हैं, पूर्ण गुरु की। पूर्ण गुरु मिलता नहीं। इस इलाके दे विच एक गुरु का सिख होया, उहदे घर बेटी जम्मी, उहदा नाम सी भाई आकल। अपनी बेटी का नाम रखा उन्हें सूरती। समय दे नाल ओह बीबी वरदे योग हुई और वह विआह दी रस्मां पूरियां होईयां। लेकिन भाई आकल नूं शक पै गया भी जिहड़ी मेरी कुड़म ने ये गुरु घर नूं मन्नण वाले दी, ये सखी सरवर नूं मन्नण वाले ने। सखी सरवर तो भाव जिहड़े वीरवार जाके चिराग वगैरह जलाउंदे ने। मैं एक लफ्ज बार बार रिपीट कर रहा, एक पूरा गुरु, दूजा अरदास। पर अरदास पूरे अगे कीती जाए, अधूरे की अरदास ने बन्ने नहीं चलाउणा। काचे गुरते मुक्त ना हुआ। जेठ का महीना सी, बीबी नूं डोली च बिठाया, अगे चार बंदे कानी लग के ते डोली चुक दिंदे सन। चार बंदे उन्होंने कहते हैं घार। जदों धी नूं विदा कीता ते बाप ने अरदास की, महाराज मैं धी नूं जन्म तां दिता पर कर्म मेरे वस विच नहीं। मैं जन्म दिता है, कर्म मेरे वस विच नहीं। आप अरदास ही नहीं करते। मैं दसम पातशाह की कथा विच पढ़िया भी सिख ने घट तो घट 100 अरदास करनी। 100 अरदास का जिक्र है गुरु प्रताप ग्रंथ 100 अरदास का। जे सौण लगना दे तां भी अरदास भी सच्चे पातशाह जे सुत्तियां सुत्तियां प्राण निकल जाण, मैनू चरनां विच थां दी। जदों मैं जथे च रलिया नारंगवाल, मैनू अरदास तो गल चेते आ गई। तो संत बाबा करतार सिंह ने एक तो मैनू कहा भी भाई जसवंत सिंह बाबे ठग सुना वजन नहीं मोड़ना। एक मैनू कहते पुत्रा आ श्लोक कंठ कर ला। मैं कहा जी किहड़ा? कहते श्लोक काम क्रोध अर लोभ मोह बिन सजाए अंबेव। तो मैनू अजे पूरा इन्हां गल्लां दा ज्ञान नहीं सी। मैं कहा जी मैं समझिया नहीं। कहते पुत्रा ये अरदास है, रोटी पानी खाईदा, तो जे ये शब्द पढ़ीए तो बंदे की बुद्धि रोटी खा के भ्रिष्ट नहीं हुंदी। इस अन्न दे नाल साडे अंदर ताकत बननी है। जे ये आपां श्लोक पढ़ांगे तो बंदे नूं वकार तंग नहीं करनगे, बंदे नूं लोभ तंग नहीं करनगे। ਇਹਦੇ ਨਾਲ ਵਿੱਚੋਂ मैं बेनती करना भी आप लंगर प्रशादा छकते हाँ, उदों पढ़िया करो श्लोक काम क्रोध अर लोभ मोह बिन सजाए अमेव, नानक प्रभ शरणागति कर प्रसाद गुरदेव। ये मेरे पातशाह मेरे ते मेहर कर।
ਸਿੱਖ ਨੇ ਅਰਦਾਸ ਕੀਤੀ ਵੀ ਪਾਤਸ਼ਾਹ ਮੈਂ ਧੀ ਨੂੰ ਜਨਮ ਤਾਂ ਦਿੱਤਾ ਪਰ ਕਰਮ ਨਹੀਂ, ਡੋਲੀ ਤੁਰ ਪਈ। ਧੀ ਸੀ ਗੁਰਸਿੱਖ ਦੀ, ਜਿਹੜੀ ਜਿਹੋ ਜਿਹੇ ਮਾਪਿਓ ਨੂੰ ਉਹੋ ਜਿਹੇ ਬੱਚੇ। ਬੀਬੀ ਰੋਈ ਨਹੀਂ, ਬੀਬੀ ਨੇ ਜਪਜੀ ਸਾਹਿਬ ਦਾ ਪਾਠ ਡੋਲੀ 'ਚ ਬਹਿ ਕੇ ਆਰੰਭ ਕਰ ਦਿੱਤਾ। ਇਹ ਕੌਣ ਕਰੇਗਾ? ਜਿਹਨੂੰ ਪਾਠ ਆਉਂਦਾ ਹੈ। ਮੈਨੂੰ ਭਾਈ ਜਸਵੀਰ ਸਿੰਘ ਰੋਡੇ ਨੇ ਗੱਲ ਦੱਸੀ, ਕਹਿਣ ਲੱਗੇ ਸੰਤ ਬਾਬਾ ਜਰਨੈਲ ਸਿੰਘ ਦਾ ਵਿਆਹ ਸੀ ਨਾ, ਤੇ ਅਸੀਂ ਟਰੱਕ ਵਿੱਚ ਬਹਿ ਕੇ ਗਏ, ਤੇ ਸੰਤ ਜਰਨੈਲ ਸਿੰਘ ਖੁਸ਼ ਬੜੇ। ਤੇ ਮੈਂ ਕਿਹਾ ਚਾਚਾ ਜੀ ਵਿਆਹ ਦੀ ਖੁਸ਼ੀ ਹੈ? ਭਾਈ ਜਸਵੀਰ ਸਿੰਘ ਰੋਡੇ ਨੇ ਮੈਨੂੰ ਦੱਸਿਆ, ਕਹਿਣ ਲੱਗਾ ਮੈਂ ਸੰਤਾਂ ਨੂੰ ਪੁੱਛਿਆ ਵੀ ਚਾਚਾ ਜੀ ਵਿਆਹ ਦੇ ਮੌਕੇ 'ਤੇ ਬੜੇ ਖੁਸ਼ ਹੋ? ਕਹਿਣ ਲੱਗੇ ਭਤੀਜ ਮੈਂ ਤਾਂ ਖੁਸ਼ ਹਾਂ, ਮੇਰੇ ਮਨ ਵਿੱਚ ਇਸ ਗੱਲ ਦਾ ਤੌਂਗਲਾ ਸੀ ਵੀ ਕਿਤੇ ਰੌਲੇ ਗੌਲੇ 'ਚ ਭੈਣਾਂ ਭਰਾਵਾਂ ਦੇ ਨਾਲ ਗੱਲਾਂ ਕਰਨ 'ਚ ਮੈਂ ਲੇਟ ਨਾ ਹੋ ਜਾ। ਮੈਂ ਆਉਂਦਿਆਂ ਆਉਂਦਿਆਂ 5 ਸੁਖਮਨੀ ਸਾਹਿਬ ਦੇ ਪਾਠ ਕਰ ਲਏ ਹਨ। ਜਦੋਂ ਵਿਆਹੁਣ ਗਏ ਨਾ, ਰਸਤੇ ਵਿੱਚ ਬਾਬਾ ਜਰਨੈਲ ਸਿੰਘ ਨੇ 5 ਸੁਖਮਨੀ ਸਾਹਿਬ ਦੇ ਪਾਠ ਕਰ ਲਏ। ਕਹਿਣ ਤੋਂ ਭਾਵ ਸਿੱਖ ਗੁਰਬਾਣੀ ਨਾਲ ਜੁੜ ਜਾਏ ਤੇ ਗੁਰੂ ਰੱਖਿਆ ਕਰਦਾ ਹੈ। ਬੱਚੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਬਹਾਨਾ ਬਣਿਆ। ਡੋਲੀ ਦੇ ਕੋਲ ਦੀ ਡੋਲੀ ਲੰਘਣ ਲੱਗੀ ਤੇ ਘਰਾਂ ਨੂੰ ਕਹਿਣ ਲੱਗੀ ਤਾਇਆ ਮੈਂ ਤੁਹਾਡੀ ਧੀ ਹਾਂ, ਆ ਮੈਨੂੰ ਕੀਰਤਨ ਦੀ ਆਵਾਜ਼ ਮੇਰੇ ਕੰਨਾਂ 'ਚ ਪਈ ਤੇ ਆਪਾਂ ਗੁਰੂ ਪਾਤਸ਼ਾਹ ਨੂੰ ਜਾਂਦਿਆਂ ਜਾਂਦਿਆਂ ਮੱਥਾ ਟੇਕ ਚਲੀਏ। ਪਤਾ ਨਹੀਂ ਮੁੜ ਕੇ ਜ਼ਿੰਦਗੀ 'ਚ ਮੱਥਾ ਟੇਕਿਆ ਜਾਣਾ ਕਿ ਨਹੀਂ। ਜਿਹੜਾ ਆਪਾਂ ਪੂਰਨ ਗੁਰੂ ਨੂੰ ਮੱਥਾ ਟੇਕਦੇ ਹਾਂ ਨਾ, ਸਮਾਂ ਨਹੀਂ ਕਿ ਮੈਂ ਇਸ ਪਾਸੇ ਜਾਵਾਂ। ਇਤਿਹਾਸ ਲਿਖਿਆ ਜਦੋਂ ਆਪਾਂ ਗੁਰੂ ਨੂੰ ਮੱਥਾ ਟੇਕ ਕੇ ਆਪਾਂ ਕਹਿੰਦੇ ਨਾ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਜਿਹੜਾ ਗੁਰੂ ਨਾਨਕ ਹੈ ਨਾ, ਉਹ ਸਾਡੀਆਂ ਮੱਥੇ ਦੀਆਂ ਰੇਖਾ ਨੂੰ ਬਦਲ ਦਿੰਦਾ ਜੇ, ਇਹਨਾਂ ਸਮਰੱਥ ਜੇ ਗੁਰੂ। ਉਹਨੇ ਆਖਿਆ ਵੀ ਤਾਇਆ ਆਪਣੇ ਕਰਮ ਚੰਗੇ, ਬਹਾਨਾ ਬਣਿਆ ਤੇ ਆਪਾਂ ਗੁਰਦੇਵ ਨੂੰ ਮੱਥਾ ਟੇਕ। ਕਹਿਣ ਲੱਗੇ ਧੀਏ ਤੇਰੇ ਬਹਾਨੇ ਅਸੀਂ ਵੀ ਟੇਕ ਲਾਂਗੇ। ਬੀਬੀ ਡੋਲੇ ਤੁਤਰੀ, ਨਾਲ ਨਾਲ ਉਹਦਾ ਪਤੀ ਪਿੱਛੇ ਪਿੱਛੇ। ਉਦੋਂ ਸ਼ਰਮ ਦਾ ਜ਼ਮਾਨਾ ਸੀ, ਹੁਣ ਤਾਂ ਆਪਾਂ ਬੜਾ ਕੁਝ ਲੰਘ ਗਏ। ਮੈਂ ਸਮਾਂ ਨਹੀਂ ਕਿ ਮੈਂ ਇਸ ਪਾਸੇ ਨਾ ਵਜਾਵਾਂ। ਅੱਜ ਵਿਆਹ ਤੋਂ ਪਹਿਲਾਂ ਜਦੋਂ ਪੈਲਸ ਵਿੱਚ ਜਾਂਦੇ ਹਾਂ, ਕੁੜੀ ਦੇ ਨੰਗੇ ਖਿਲਰੇ ਕੇਸਾਂ ਦੀ ਫੋਟੋ ਲੱਗੀ ਹੁੰਦੀ ਤੇ ਆਪਾਂ ਕਹਿੰਦੇ ਆਨੰਦ ਕਾਰਜ ਹੋਣਾ। ਆਨੰਦ ਕਾਰਜ ਕਾਹਦਾ ਹੋਣਾ? ਫੋਟੋਆਂ ਤਾਂ ਪਹਿਲਾਂ ਲੈ ਗਈਆਂ। ਕੁੜੀ ਤੇ ਮੁੰਡੇ ਨੇ ਇੱਕ ਦੂਜੇ ਦੇ ਹੱਥ ਫੜ ਕੇ ਤੇ ਫੋਟੋ ਲਵਾ ਲਈ। ਅਖੇ ਕਹਿਣ ਲੱਗੇ ਰਿੰਗ ਸੈਰੇਮਨੀ। ਮੈਂ ਕਿਹਾ ਰਿੰਗ ਸੈਰੇਮਨੀ ਕਿ ਉਹਨੂੰ ਕੋਈ ਬਸ਼ਰਮ ਸੈਰੇਮਨੀ ਵੀ ਅਜੇ ਆਨੰਦ ਕਾਰਜ ਨਹੀਂ ਹੋਇਆ ਤੇ ਸਾਡੀ ਲੜਕੀ ਦਾ ਕੋਈ ਹੱਥ ਫੜ ਲੇ ਤੇ ਅਸੀਂ ਫੜਾ ਦਈਏ। ਇਹ ਕਿਹੜੀ ਭਲਾ ਹੋਇਆ ਸਾਡਾ? ਇੱਥੇ ਫਿਰ ਪੰਕਤੀਆਂ ਲੱਗਣਗੀਆਂ ਸ਼ਰਮ ਧਰਮ ਦੇ ਸ਼ਬ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅੰਗਦ ਪੜੇ ਸ਼ੈਤਾਨ ਵੇ ਲਾ ਲਓ। ਆਪਾਂ ਸਾਰਿਆਂ ਦੇ ਬੂਹਦਿਆਂ ਦੀਆਂ ਸ਼ਾਦੀਆਂ ਹੋਈਆਂ ਨੇ, ਯਾਦ ਕਰੋ। ਗ੍ਰੰਥੀ ਸਿੰਘ ਉੱਠ ਕੇ ਕਹਿੰਦਾ ਵੀ ਬਾਪ ਆਪਣੀ ਧੀ ਦਾ ਪੱਲਾ ਪਕੜਾਵੇ। ਅਜੇ ਪੱਲਾ ਤਾਂ ਪਕੜਾਉਣਾ, ਪਰ ਫੋਟੋਆਂ ਪਹਿਲਾਂ ਲੈ ਗਈਆਂ ਤੇ ਗੱਲ ਨਹੀਂ ਜੀ ਬਣਨੀ, ਗੱਲ ਨਹੀਂ ਜੀ ਬਣਨੀ। ਜੇ ਗੁਰੂ ਵਿੱਚ ਹੈ ਨਾ, ਫਿਰ ਕੋਈ ਵਿਘਨ ਨਹੀਂ, ਕੋਈ ਵਿਘਨ ਨਹੀਂ ਪਾਏਗਾ। ਗੁਰੂ ਕੇ ਦਰਸ਼ਨ ਕੀਤੇ ਬੱਚੀ ਨੇ ਤੇ ਆਪਾਂ ਪੜ੍ਹਦੇ ਹਾਂ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਗੁਰੂ ਕੇ ਦੀਦਾਰ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਲਹਿ ਜਾਂਦੀ ਹੈ। ਬੀਬੀ ਦੇ ਨੇਤਰਾਂ ਦੇ ਵਿੱਚੋਂ ਅੰਜੂ ਵਗੇ ਤੇ ਭਾਰੀ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ ਬੱਚੀਏ ਧੀਏ ਰਾਣੀਏ, ਗੁਰੂ ਨਾਨਕ ਦੇ ਦਰਬਾਰ ਚ ਰੋਣ ਦਾ ਕੀ ਕੰਮ ਹੈ? ਕਹਿਣ ਲੱਗੀ ਗੁਰਦੇਵ ਮੇਰੇ ਕਰਮ ਮਾੜੇ, ਮੈਂ ਸਖੀ ਸਰਵਰੀਆਂ ਦੇ ਘਰ ਵਿਆਹੀ ਗਈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭੋੜੀਏ ਬੱਚੇ ਗਏ, ਉਹ ਤੇਰੇ ਕਰਮ ਹੁਣ ਉਹ ਨਹੀਂ ਰਹੇ, ਤੂੰ ਗੁਰੂ ਨਾਨਕ ਦੇ ਘਰ ਵਿੱਚ ਆਈ, ਤੇਰੇ ਕਰਮ ਬਦਲ ਗਏ ਨੇ। ਇਹ ਜੇ ਗੁਰੂ ਘਰ ਆਉਣ ਦਾ ਫਾਇਦਾ। ਜੇ ਤੁਸੀਂ ਕਹੋ ਨਾ ਵੀ ਅਸੀਂ ਉੱਥੇ ਰਾਤ ਸਰਿਆਲੀ ਗਏ, ਠੰਡ ਬੜੀ ਸੀ, ਤੇ ਤੁਹਾਨੂੰ ਕੀ ਮਿਲਿਆ? ਇੱਥੇ ਆਹ ਮਿਲਦਾ ਜੇ। ਇੱਥੇ ਪੂਰਾ ਗੁਰੂ ਕਰਮ ਬਦਲ ਦਿੰਦਾ ਹੈ, ਪੂਰਾ ਗੁਰੂ ਤਕਦੀਰ ਬਦਲ ਦਿੰਦਾ ਹੈ। ਕਹਿਣ ਲੱਗੇ ਧੀਏ ਰੋ ਨਾ, ਤੇਰੀ ਕੁੱਖ ਤੋਂ ਬ੍ਰਹਮ ਗਿਆਨੀ ਪੁੱਤਰ ਪੈਦਾ ਹੋਵੇਗਾ। ਵੇਖੋ ਵਿਆਹ ਸਵੇਰੇ ਹੋਇਆ, ਰਾਤੋਂ ਰਾਤ ਡੋਲੀ ਆਈ ਤੇ ਅਜੇ ਦਿਨ ਨਹੀਂ ਚੜਿਆ ਦੂਜਾ, ਤੇ ਪੂਰੇ ਗੁਰੂ ਨੇ ਆਖਿਆ ਧੀਏ ਤੂੰ ਤਾਂ ਬ੍ਰਹਮ ਗਿਆਨੀ ਦੀ ਮਾਂ ਹੈ, ਤੇ ਬ੍ਰਹਮ ਗਿਆਨੀ ਤਾਂ ਕੁੱਲਾਂ ਤਰ ਜਾਂਦੀਆਂ ਨੇ। ਹੌਸਲਾ ਹੋਇਆ।
ਜਿਹੜਾ ਪੂਰਾ ਗੁਰੂ ਉਹ ਤਕਦੀਰ ਤੇ ਤਸਵੀਰ ਬਦਲ ਦਿੰਦਾ ਹੈ। ਤਕਦੀਰ ਤੇ ਤਸਵੀਰ। ਉਹਨਾਂ ਦੇ ਘਰ ਸਖੀ ਸਰਵਰ ਦੀ ਜਗ੍ਹਾ ਬਣੀ ਸੀ, ਅਦਵਾਖਾ ਜਿਹਾ ਬਣਿਆ ਸੀ ਜਿੱਥੇ ਲੋਕੀ ਵੀਰਵਾਰ ਦੀਵਾ ਜਗਾਉਂਦੇ ਨੇ। ਗੁਰੂ ਨੇ ਕਰਮ ਬਦਲ ਦਿੱਤੇ। ਇਹਦੇ ਮੈਂ ਕਰਮ ਦੇ ਅਰਥ ਪੜ੍ਹੇ ਨੇ ਕਥਾ ਵਿੱਚ। ਕਰਮ ਦਾ ਅਰਥ ਕਰਮ ਤੇ ਕਰਮ ਦਾ ਅਰਥ ਬਖਸ਼ਿਸ਼। ਅਸੀਂ ਜਦੋਂ ਸਾਡੇ ਤੇ ਗੁਰੂ ਬਖਸ਼ਿਸ਼ ਕਰਦੇ ਨਾ, ਉਦੋਂ ਸਾਡੇ ਕੰਮ ਬਦਲ ਜਾਂਦੇ ਨੇ। ਜਦੋਂ ਬਖਸ਼ਿਸ਼ ਨਹੀਂ ਨਾ ਹੋਈ, ਉਦੋਂ ਰਾਤ ਪੀ ਕੇ ਸੌਂਦਾ ਸੀ। ਹੁਣ ਕਰਮ ਬਦਲ ਗਏ ਤੇ ਪੈਂਦਾ ਟਾਈਮ ਨਾਲ ਸੌਈਆਂ ਤਾਂ ਕਿ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹ ਲਵਾਂਗੇ। ਬਖਸ਼ਿਸ਼ ਹੋਈ, ਕੰਮ ਬਦਲ ਗਿਆ। ਜਾ ਕੇ ਜਗ੍ਹਾ ਢਾਹ ਦਿੱਤੀ ਤੇ ਲੋਕੀ ਕਹਿਣ ਲੱਗੇ ਮੱਤ ਮਾਰੀ ਗਈ ਭਾਈ ਸਾਧੂ ਦੀ। ਪਤਾ ਨਹੀਂ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਦੀ ਘਰ ਵਾਲੀ ਨੇ ਕੀ ਸਿਖਾਇਆ ਹੈ। ਭਾਈ ਸਾਧੂ ਕਹਿਣ ਲੱਗਾ ਮੱਤ ਮਾਰੀ ਨਹੀਂ ਗਈ, ਮੱਤ ਆਈ ਹੋਣਾ। ਮੱਤ ਮਾਰੀ ਨਹੀਂ, ਮੱਤ ਆਈ ਹੋਣਾ। ਤੇ ਆਪਾਂ ਪੰਕਤੀ ਸਰਵਣ ਕੀਤੀ ਸੀ, ਗੁਰ ਪੂਰੇ ਕਿਰਪਾ ਧਾਰੀ। ਪੂਰਨ ਗੁਰੂ ਨੇ ਕਿਰਪਾ ਕੀਤੀ। ਕਬਰਾਂ ਨੂੰ ਮੰਨਣ ਵਾਲੇ ਨੇ ਅੱਜ ਕਬਰਾਂ ਢਾਹ ਦਿੱਤੀਆਂ। ਸਮੇਂ ਨਾਲ ਗੁਰੂ ਕੇ ਬਚਨਾਂ ਦੇ ਮੁਤਾਬਕ ਉਹਦੇ ਘਰ ਪੁੱਤਰ ਹੋਇਆ। ਪੁੱਤਰ ਹੋਇਆ। ਖਾਨਦਾਨੀ ਧੰਦੇ ਦੇ ਮੁਤਾਬਕ ਉਹ ਲੱਕੜਾਂ ਕੱਟ ਕੇ ਤੇ ਬਾਲਣ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ। ਇੱਥੇ ਇੱਕ ਹੋਰ ਨੁਕਤਾ, ਅਸੀਂ 2 ਟਾਈਮ ਤੇ ਆਸਾ ਦੀ ਵਾਰ ਤੇ ਰਹਿ ਰਾਸ ਦਾ ਪਾਠ ਸਰਵਣ ਕਰਦੇ। ਸਵੇਰੇ ਆਸਾ ਦੀ ਵਾਰ, ਸ਼ਾਮ ਦੇ ਟਾਈਮ ਤੇ ਰਹਿ ਰਾਸ। ਲੇਕਿਨ ਇੱਕ ਪੌੜੀ ਦਾ ਪਾਠ ਆਪਾਂ ਦੋਵੇਂ ਟਾਈਮ ਤੇ ਕਰਦੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਜਿਹੜਾ ਬਜ਼ੁਰਗ ਨੂੰ ਦੁਸ਼ਟ ਆਖਿਆ ਗਿਆ ਤੇ 5 ਸਾਲ ਦੇ ਪ੍ਰਹਲਾਦ ਨੂੰ ਭਗਤ ਆਖਿਆ ਗਿਆ। ਇਹ ਵਿੱਚੋਂ ਮੈਂ ਗੱਲ ਤਾਂ ਕਹੀ ਹੈ, ਅਧਿਆਤਮ ਗਿਆਨ ਦਾ ਸੰਬੰਧ ਉਮਰ ਨਾਲ ਨਹੀਂ, ਵਰ੍ਹਿਆਂ ਨਾਲ ਨਹੀਂ। ਪਤਾ ਨਹੀਂ ਕਿਹਦੇ ਤੇ ਕਿਰਪਾ ਹੋ ਜਾਏ। ਅਸੀਂ ਅਧਿਆਤਮ ਗ੍ਰੰਥਾਂ ਦਾ ਧਿਆਨ ਕਰਦੇ ਤੇ ਧਰੂ ਦੀ 5 ਸਾਲ ਉਮਰ ਹੈ। ਧਰੂ ਦੀ 5 ਸਾਲ, ਪ੍ਰਹਲਾਦ ਦੀ 5 ਸਾਲ ਹੈ। ਵਰ੍ਹਿਆਂ ਨਾਲ ਬਾਤ ਨਹੀਂ ਜੇ ਬਣਨੀ। ਹੋਇਆ ਕਿ ਉਹਨਾਂ ਦੇ ਘਰ ਬੇਟਾ ਹੋਇਆ ਤੇ ਉਹਨਾਂ ਨੇ ਆਪਣੇ ਬੇਟੇ ਨੂੰ ਚੱਕਿਆ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਗੋਦੀ 'ਚ ਪਾ ਕੇ ਆਖਿਆ, ਪਾਤਸ਼ਾਹ ਇਹ ਤੁਸੀਂ ਸਾਨੂੰ ਦਾਤ ਬਖਸ਼ੀ ਹੈ, ਕਿੰਨੇ ਉਹਦੇ ਕਰਮ ਚੰਗੇ ਹੋਣਗੇ ਬੱਚੇ ਦੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਹਦੇ ਮੱਥੇ ਤੇ ਹੱਥ ਫੇਰ ਕੇ ਆਖਿਆ, ਧੀਏ ਰਾਣੀ ਦਾ ਨਾਂ ਰੂਪਚੰਦ ਲਿਖਦੇ। ਰੂਪਚੰਦ, ਰੂਪਚੰਦ ਨਾਂ ਰੱਖ ਦਿੱਤਾ। ਅਜੇ ਦਾੜੀ ਨਹੀਂ ਆਈ, ਛੋਟੀ ਉਮਰ 14 ਕੁ ਸਾਲ ਦੀ। ਲੱਕੜਾਂ ਕੱਟਣ ਗਏ। ਉਹਨਾਂ ਨੇ ਪਾਣੀ ਦਾ ਕੂਨਾ, ਜਿਹਨੂੰ ਆਪਾਂ ਮਸ਼ਕ ਕਹਿ ਦਿੰਦੇ, ਪਾਣੀ ਟੰਗਿਆ ਸੀ ਉੱਪਰ। ਪਿਆਸ ਲੱਗੀ ਤੇ ਬਾਪ ਨੇ ਆਪਣੇ ਬੇਟੇ ਨੂੰ ਆਖਿਆ ਵੀ ਪੁੱਤਰਾ ਥੋੜ੍ਹੀ ਜਿਹੀ ਖੇਚਲ ਕਰ ਤੇ ਪਾਣੀ ਥੱਲੇ ਲਾ। ਜਦੋਂ ਪਾਣੀ ਪੀਣ ਲੱਗੇ ਤੇ ਬੇਟੇ ਨੇ ਉਹ ਕੂਨਾ ਖੋਲ੍ਹਿਆ, ਮਸ਼ਕ ਖੋਲ੍ਹੀ ਤੇ ਆਪਣੇ ਹੱਥ 'ਤੇ ਪਾਇਆ ਤੇ ਕਹਿਣ ਲੱਗਾ, ਬਾਪੂ ਇੱਕ ਮੈਂ ਗੱਲ ਕਰਾਂ। ਕਹਿਣ ਲੱਗਾ, ਪੁੱਤ ਦੱਸ। ਪੁੱਤ ਨੇ ਆਖਿਆ ਵੀ ਬਾਪੂ ਜੇ ਕਿਤੇ ਪਾਣੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਪੀ ਲੈ ਨਾ ਤੇ ਆਪਣਾ ਜੰਮਣ ਤੇ ਮਰਨ ਕੱਟਿਆ ਜਾਏ। ਅਸੀਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੇ ਹਾਂ, ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰਾਖੇ, ਸਤਿਗੁਰੂ ਕੋਟ ਨਿਦਾਨ ਦਾਨ ਦੇਤ ਹੈ। ਗੁਰੂ ਕੇ ਸਿੱਖਾ ਕਿਤੇ ਭਾਵਨਾ ਨਾਲ ਗੁਰੂ ਅੱਗੇ ਕੌਡੀ ਰੱਖ ਤੇ ਤੈਨੂੰ ਗੁਰੂ ਕੋਲੋਂ ਖਜ਼ਾਨੇ ਦੇ ਦੇਗਾ ਪੂਰਾ ਗੁਰੂ। ਮੈਂ ਹੁਣੇ ਜ਼ਿਕਰ ਕੀਤਾ ਕਿ ਬੀਬੀ ਨੇ ਕੂੜਾ ਦਿੱਤਾ, ਉਹਦੇ ਚੋਂ ਗੜਕ ਨਿਕਲੀ ਔਰ ਸਤਿਗੁਰੂ ਪਾਤਸ਼ਾਹ ਨੇ ਆਖਿਆ, ਧੀਏ ਤੇਰਾ ਲੋਕ ਸਫਲਾ, ਤੇਰਾ ਪ੍ਰਲੋਕ ਸਫਲਾ। ਇਹ ਇਤਿਹਾਸਕ ਘਟਨਾ, ਨਾਵਲ ਦਾ ਕਾਂਡ ਨਹੀਂ। ਬੇਟੇ ਨੇ ਆਪਣੇ ਹੱਥ ਤੇ ਪਾਣੀ ਪਾਇਆ। ਕਹਿਣ ਲੱਗਾ, ਬਾਪੂ ਇੱਕ ਮੇਰੀ ਮੰਨੇਗਾ। ਕਹਿਣ ਲੱਗਾ, ਪੁੱਤ ਦੱਸ। ਬੱਚਾ ਕਹਿਣ ਲੱਗਾ ਵੀ ਜੇ ਕਿਤੇ ਇਹ ਪਾਣੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਪੀ ਲੈ ਨਾ ਤੇ ਆਪਣਾ ਜਨਮ ਸਫਲਾ ਹੋ ਜਾਏ। ਤੇ ਬਾਪ ਨੇ ਆਖਿਆ, ਪੁੱਤ ਪਤਾ ਨਹੀਂ ਗੁਰੂ ਪਾਤਸ਼ਾਹ ਕਿੱਥੇ ਨੇ, ਕਿੰਨੇ ਆਉਣਾ। ਜੋ ਆਪਾਂ ਸਿੱਖਦੇ ਨੇ ਉਹ ਸਾਡੇ ਅੱਗੇ ਮਨ ਵਿੱਚ, ਜੇਨ ਵਿੱਚ ਬਹਿੰਦਾ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਮੁਤਾਬਕ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੀ ਹਰ ਮਾਂਝਾ।
ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਵਸਿਆ ਉਹਨਾਂ ਦੀ ਮਾਵਾਂ ਬਾਂਹ ਦੇਣ, ਉਹਨਾਂ ਦੇ ਘਰ ਬੱਚਾ ਹੀ ਨਾ ਹੋਵੇ। ਇਹ ਜੈ ਸਿਰਾ ਦਾ ਪਹਿਲਾ ਸ਼ਬਦ ਜੇ। ਇਹਦਾ ਕਾਰਨ ਇਹ ਵੀ ਜਿਹੜਾ ਬੱਚਾ, ਬੱਚੇ ਦੇ ਜੀਵਨ ਤੇ ਮਾਂ ਦੇ ਸੰਸਕਾਰਾਂ ਦਾ ਸੁਣਦਾ, ਭਾਵੇਂ ਮਾਂ ਕਿਸੇ ਤਰ੍ਹਾਂ ਦੀ ਵੀ ਹੋਵੇ, ਮਾਂ ਦੇ ਸੰਸਕਾਰ ਬੱਚੇ ਤੇ ਪੈਂਦੇ ਨੇ, ਬਾਪ ਦੇ ਘੱਟ। ਬੱਚਾ ਆਪਣੇ ਬਾਪ ਨੂੰ ਕਹਿਣ ਲੱਗਾ, ਪਿਤਾ ਜੀ ਮੈਨੂੰ ਬੇਬੇ ਕਹਿੰਦੀ ਹੁੰਦੀ ਹੈ ਕਿ ਭਗਵਾਨ ਕ੍ਰਿਸ਼ਨ ਨੇ ਬਿਦਰ ਦਾ ਲੂਣਾ ਸਾਗ ਖਾਧਾ। ਪੁੱਤ ਮੈਂ ਤਾਂ ਦੂਰੀ ਦੀ ਗੱਲ ਕਰਨਾ ਹੈ। ਕਹਿਣ ਲੱਗਾ ਮੈਂ ਆਪਣੀ ਮਾਂ ਕੋਲੋਂ, ਬਾਪੂ ਜੀ ਇਹ ਵੀ ਸੁਣਿਆ ਵੀ ਗੁਰੂ ਨਾਨਕ ਪਾਤਸ਼ਾਹ ਮਦੀਨੇ ਸਨ, ਬੇਬੇ ਨਾਨਕੀ ਨੇ ਸੁਲਤਾਨਪੁਰ ਫੁਲਕਾ ਪਕਾਇਆ ਤੇ ਕਹਿਣ ਲੱਗੀ ਕਿਤੇ ਮੇਰਾ ਵੀਰ ਆ ਕੇ ਖਾ ਲੈ। ਤੇ ਗੁਰੂ ਨਾਨਕ ਪਾਤਸ਼ਾਹ ਫੁਲਕਾ ਛਕਣ ਵਾਸਤੇ ਜੇ ਮਦੀਨੇ ਸੁਲਤਾਨਪੁਰ ਆ ਗਏ ਤੇ ਹੁਣ ਮੇਰਾ ਮਨ ਕਹਿੰਦਾ ਵੀ ਮਦੀਨੇ ਤੋਂ ਤਾਂ ਲਾਗੇ ਹੋਣਗੇ ਨਾ, ਕਿਉਂ ਨਾ ਹੋਣਗੇ। ਤੇ ਪਿਓ ਕਹਿਣ ਲੱਗਾ ਪੁੱਤ ਚੰਗਾ ਤੇਰੀ ਮਰਜ਼ੀ। ਹੁਣ ਜੇਠ ਦਾ ਮਹੀਨਾ, ਅੱਤ ਗਰਮੀ, ਪਿਆਸ ਲੱਗੀ ਸੀ, ਉਹਨਾਂ ਪਾਣੀ ਟੰਗ ਦਿੱਤਾ। ਆਪਾਂ ਵਾਰ-ਵਾਰ ਮੈਂ ਰਿਪੀਟ ਕਰ ਰਿਹਾ, ਆਪਾਂ ਪੂਰੇ ਗੁਰੂ ਅੱਗੇ ਅਰਦਾਸ ਨਹੀਂ ਕਰਦੇ, ਗੁਰੂ ਸਾਥੋਂ ਦੂਰ ਨਹੀਂ। ਅਸੀਂ ਰੋਜ਼ਾਨਾ ਜਾਪ ਸਾਹਿਬ ਦਾ ਪਾਠ ਕਰਦੇ ਹਾਂ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿਤ ਸਹਾਈ। ਤੇ ਗੁਰਮੁਖੋ 30 ਕੋਹ ਤੋਂ ਵੱਧ ਪੈਣਾ। ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਘੋੜੇ ਤੇ ਕਾਠੀ ਨਹੀਂ ਪਾਈ, ਕਿਸੇ ਸੇਵਾਦਾਰ ਨੂੰ ਨਾਲ ਨਹੀਂ ਲਿਆ, ਕੱਲੇ ਘੋੜਾ ਭਜਾ ਕੇ ਉੱਥੇ ਚਲੇ ਗਏ ਤੇ ਆਵਾਜ਼ਾਂ ਮਾਰਦੇ, ਗੁਰਮੁਖੋ ਹੈ ਕੋਈ ਮੇਰਾ ਪਿਆਰਾ। ਬੇਹੋਸ਼ ਪਏ ਨੇ ਪਿਓ ਪੁੱਤ। ਤੇ ਜਾ ਕਰਕੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਹਿਲਾਇਆ ਨਾ ਹਲੂਣਿਆ, ਤੇ ਪਿਓ ਨੇ ਆਖਿਆ ਪੁੱਤਰ ਰੂਪਿਆ ਜਿਹਨੂੰ ਚੇਤੇ ਕਰਦਾ ਸਾਂ ਉਹ ਆ ਗਿਆ ਹੀ। ਇਹਦੇ ਵਿੱਚ ਇੱਕ ਨੁਕਤਾ ਮੈਂ ਇਹ ਵੀ ਤੁਹਾਡੇ ਨਾਲ ਸਾਂਝਾ ਕੀਤਾ, ਗੁਰੂ ਗਿਣਤੀ ਨਹੀਂ ਵੇਖਦਾ, ਗੁਰੂ ਪਿਆਰ ਨੂੰ ਪਹਿਲ ਦਿੰਦਾ। ਯਾਦ ਰੱਖਿਆ ਜੇ ਵਪਾਰ ਤੇ ਪਿਆਰ ਇਕੱਠਾ ਨਹੀਂ ਚੱਲਦਾ। ਆਪਾਂ ਅੱਜ ਵਪਾਰੀ ਲੋਕ ਹਾਂ ਵੀ ਮੇਰਾ ਆਹ ਕੰਮ ਹੋ ਜੇ ਤੇ ਇੰਨੇ ਖੰਡ ਪਾਠ ਕਰਾਵਾਂਗਾ, ਕਾਕਾ ਬਾਹਰ ਚਲਾ ਜਾ ਨਾ ਅਸੀਂ 11 ਖੰਡ ਪਾਠ ਕਰਾਵਾਂਗੇ, ਤੇ ਜੇ ਨਾ ਜਾਵੇ ਤੇ ਇੱਕ ਵੀ ਨਹੀਂ ਕਰਾਉਣਾ। ਇਹ ਧਰਮ ਨਹੀਂ ਜੇ। ਧਰਮ ਵਿੱਚ ਗਿਣਤੀ ਨਹੀਂ, ਧਰਮ ਵਿੱਚ ਪਿਆਰ ਦੇਣਾ ਜਾਣਦਾ ਆਪਾਂ ਵਪਾਰੀ ਲੋਕ। ਆਹ ਕਰਾਂਗੇ ਤੇ ਆਹ ਮਿਲ ਜਾਏ। ਗੁਰੂ ਸਾਨੂੰ ਸਮਤ ਬਖਸ਼ੇ। ਸਤਿਗੁਰੂ ਪਾਤਸ਼ਾਹ ਕਹਿੰਦੇ ਰੂਪਿਆ ਨੂੰ ਗੱਲਾਂ ਦਾ ਟਾਈਮ ਨਹੀਂ ਪੁੱਤਰਾ, ਪਾਣੀ ਲਾ। ਜਦੋਂ ਪਾਣੀ ਲਾਇਆ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰੂਪ ਤੂੰ ਪਹਿਲਾਂ ਪੀ। ਕਹਿਣ ਲੱਗਾ ਮਾਲਕਾ ਤੂੰ ਸਾਡਾ ਗੁਰੂ ਹੈ, ਅਸੀਂ ਤਾਂ ਤੇਰੀ ਮੰਨਣੀ ਹੈ। ਤੇ ਮੇਰੀ ਬੇਬੇ ਕਹਿੰਦੀ ਹੁੰਦੀ ਮੇਰੀ ਬਾਂਦੀ ਭਗਤ ਛਡਾਵੈ, ਬਾਂਦੀ ਭਗਤ ਨਾ ਛੂਟੈ ਮੋਹ ਹੈ, ਏਕ ਸਮੇਂ ਮੋਕੋ ਗਏ ਬਾਂਧੇ ਤੌਫੁਨ ਮੋਹ ਪੇ ਜਵਾਬ ਨਾ ਹੋਏ। ਭਗਤ ਬਣਦੇ ਮੈਂ ਨਹੀਂ ਛਡਾਉਂਦਾ, ਪਰ ਜੇ ਭਗਤ ਬਣਦੇ ਮੈਂ ਨਹੀਂ ਛਡਾਉਂਦਾ ਤੇ ਮੇਰੀ ਬਦੀ ਨੂੰ ਭਗਤ ਛਡਾ ਸਕਦੇ ਨੇ। ਬੇਨਤੀ ਹੋਵਾਂ ਜੀ, ਜੇ ਮੈਂ ਪਾਣੀ ਪੀਤਾ ਤੇ ਪਾਣੀ ਝੂਠਾ ਹੋ ਜਾਏਗਾ, ਜੇ ਤੁਸੀਂ ਪੀ ਲਓ ਪ੍ਰਸ਼ਾਦ ਬਣ ਜਾਏਗਾ। ਉਹਨਾਂ ਗੁਰਮੁਖਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਜਲ ਛਕਾਇਆ। ਪਹਿਲਾਂ ਆਪ ਪਾਣੀ ਛਕਿਆ, ਮੁੜ ਕੇ ਭਾਈ ਰੂਪ ਚੰਦ ਨੇ ਛਕਿਆ, ਭਾਈ ਸਾਧੂ ਨੇ ਛਕਿਆ। ਤੇ ਮੇਰੇ ਗੁਰਦੇਵ ਕਹਿਣ ਲੱਗੇ ਰੂਪ ਤੇਰੀ ਗਰੀਬੀ ਗਈ, ਹੱਥ ਮੇਰਾ ਖੀਸਾ ਮੇਰਾ, ਹੱਥ ਤੇਰਾ ਹੋਵੇਗਾ। ਤੈਨੂੰ ਸਰਦਾਰੀਆਂ ਦਿੱਤੀਆਂ, ਤੂੰ ਗੁਰੂ ਕਾ ਲੰਗਰ ਚਾਲੂ ਕਰ। ਔਰ ਗੁਰਮੁਖੋ ਉਹਨਾਂ ਯਾਦ ਨੂੰ ਜੇ ਅੱਜ ਤੁਸੀਂ ਕਿਸੇ ਵੇਖਣਾ ਨਾ, ਭਾਈ ਰੂਪੇ ਦੇ ਨਗਰ ਜਾਓ, ਉੱਥੇ ਲੰਗਰ ਚੱਲਦਾ, ਤੁਸੀਂ ਆਪਣੇ ਨਗਰ ਤੋਂ ਗਿੱਲਾ ਬਾਲਣ ਲੈ ਕੇ ਜਾਓ, ਉੱਥੋਂ ਧੂੰਆਂ ਨਹੀਂ ਨਿਕਲਦਾ। ਇਹ ਪ੍ਰਤਾ ਗੁਰੂ ਕੀ ਕਰਾਮਾਤ ਹੈ। ਕਹਿਣ ਤੋਂ ਭਾਵ ਸਤਿਗੁਰੂ ਪਾਤਸ਼ਾਹ ਕਹਿੰਦੇ ਰੂਪਿਆ ਤੇਰਾ ਲੋਕ ਸਫਲਾ, ਤੇਰਾ ਪ੍ਰਲੋਕ ਸਫਲਾ। ਤੇ ਉਹਨੇ ਦਿੱਤਾ ਕਿ ਪਾਣੀ ਦੀ ਘੁੱਟ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰ ਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਮਾਰੀ। ਜਿਨ੍ਹਾਂ ਤੇ ਪੂਰਨ ਗੁਰੂ ਕਿਰਪਾ ਕਰਦਾ ਨਾ, ਮੁੜ ਕੇ ਉਹਨਾਂ ਦੀ ਕੋਈ ਲੋਚਾ ਨਹੀਂ ਦੀ। ਕਾਰਨ ਉਹਨਾਂ ਦੀ ਪਹਿਲੀ ਲੋਚ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਧਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੇ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜਿਉ, ਹਉ ਘੋਲੀ ਜਿਉ ਘੋਲ ਘੁਮਾਈ। ਗੁਰ ਦਰਸ਼ਨ ਸੰਤ ਪਿਆਰੇ ਜਿਉ। ਮੈਂ ਉਸ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਵਾਂ। ਮੇਰਾ ਮਨ ਕੇਵਲ ਤੇ ਕੇਵਲ ਗੁਰੂ ਕੇ ਦਰਸ਼ਨ ਨੂੰ ਲੋਚਦਾ ਹੈ।
ਜਿਵੇਂ ਪਪੀਹਾ ਸਵਾਂਤੀ ਪੂੰਦ ਨੂੰ ਲੈਂਦਾ ਨਾ, ਇਹ ਲਫ਼ਜ਼ ਵਿੱਚੋਂ ਗੁਰਦੇਵ ਨੇ ਕਿਉਂ ਵਰਤਿਆ? ਮਹਾਂਪੁਰਸ਼ਾਂ ਨੇ ਸਾਨੂੰ ਪੜ੍ਹਾਇਆ, ਉਹਦੇ ਸਿਰ ਦੇ ਵਿੱਚ ਨਿੱਕੀ ਜਿਹੀ ਮੋਰੀ ਹੁੰਦੀ ਹੈ, ਜਿਹੜਾ ਵੀ ਉਹ ਪਾਣੀ ਦੇ ਸਿਰ 'ਤੇ ਪੈਂਦਾ ਉਹ ਥੱਲੇ ਵਗ ਜਾਂਦਾ ਹੈ। ਉਹਦੇ ਅੰਦਰ ਕੇਵਲ ਤੇ ਕੇਵਲ ਸਵਾਂਤੀ ਪੂੰਝ ਜਾਂਦੀ ਹੈ। ਅਸੀਂ ਜੇ ਗੁਰੂ ਕੇ ਸਿੱਖ ਹਾਂ ਤੇ ਸਾਨੂੰ ਸਵਾਂਤੀ ਬੂੰਦ ਕਿਹੜੀ ਲੈਣੀ ਚਾਹੀਦੀ ਹੈ? ਗੁਰ ਪ੍ਰਸਾਦ ਤੇ ਸਤਨਾਮ। ਸੱਸਾ ਤੱਤੇ ਨੂੰ ਸਿਆਰੀ, ਨੰਨੇ ਨੂੰ ਕੰਨਾਂ ਤੇ ਮੰਮੇ ਥੱਲੇ ਔਂਕੜ। ਅਸੀਂ ਕੇਵਲ ਤੇ ਕੇਵਲ ਇੱਕ ਸੱਚੇ ਨਾਮ ਨਾਲ ਜੁੜੀਏ, ਗੁਰੂ ਦੀ ਕਿਰਪਾ ਨਾਲ ਜੁੜੀਏ ਤੇ ਗੁਰਮੁਖੋ ਸਾਡੇ ਤੇ ਪੂਰਨ ਕਿਰਪਾ ਹੋਵੇਗੀ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ, ਅਸੀਂ ਪੂਰੇ ਗੁਰੂ ਨਾਲ ਜੁੜੀਏ। ਇੱਕ ਲਫ਼ਜ਼ ਮੈਂ ਥਾਂ ਥਾਂ ਤੇ ਕਹਿਣਾ, ਮੇਰੀਓ ਧੀਓ, ਮੇਰੀਓ ਭੈਣੋ, ਬੱਚਿਓ, ਬੰਦਿਆਂ ਕੋਲ ਜਾਓਗੀਆਂ, ਲੋਕੀ ਤੁਹਾਡੇ ਤੇ ਕਈ ਤਰ੍ਹਾਂ ਦੀਆਂ ਉਂਗਲਾਂ ਕਰਦੇ ਨੇ, ਤੁਹਮਤਾਂ ਲਾਉਂਦੇ ਨੇ, ਬੰਦਾ ਵਕਾਰਾਂ ਦਾ ਸੁਮੇਲ ਹੈ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲ ਆਓ, ਤੁਹਾਡੇ ਵੱਲ ਕੋਈ ਉਂਗਲ ਨਹੀਂ ਕਰੇਗਾ। ਕਿਉਂ? ਇਹ ਕਾਮੀ ਨਹੀਂ, ਇਹ ਕ੍ਰੋਧੀ ਨਹੀਂ, ਇਹ ਲੋਭੀ ਨਹੀਂ, ਇਹ ਹੰਕਾਰੀ ਨਹੀਂ। ਬੰਦੇ ਗੁਰੂ ਕੋਲ ਜਾਵੇਗੀ ਤੇ ਕੁਝ ਨਾ ਕੁਝ ਮੰਗੇਗਾ, ਇਹ ਮੰਗਦਾ ਨਹੀਂ, ਇਹ ਦਿੱਤੀ ਜਾਂਦਾ ਜੇ। ਬੰਦੇ ਗੁਰੂ ਕੋਲ ਜਾਓਗੀਆਂ ਤੇ ਉਹ ਅੱਜ ਵੀ ਨਹੀਂ, ਉਹ ਕੱਲ ਵੀ ਨਹੀਂ, ਕਦੇ ਤੁਰ ਜਾਏਗਾ। ਲੇਕਿਨ ਇਹ ਬਾਪੂ ਕਿਹੋ ਜਿਹਾ ਹੈ? ਨਾ ਇਹ ਮਰੇ, ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੇ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋਆ ਨਾ ਕੋਏ। ਇਸ ਪੂਰਨ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਨੂੰ ਸਫਲਾ ਕਰੀਏ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੋਟਾਨ ਕੋਟਾਨ ਧੰਨਵਾਦ। ਗੁਰੂ ਕੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। बोले